ਹਾਂ ਰਜਿੰਦਰਾ ਕੋਚਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਸ਼ੁਰੂ ਕਰਦੇ ਹਾਂ ਪੋਲੀਟੀਕਲ ਸਾਇੰਸ ਦੇ ਅਗਲੇ ਚੈਪਟਰ ਦਾ ਆਗਾਜ਼, ਜਿਸ ਦਾ ਨਾਮ ਹੈ ਇੰਟਰਨੈਸ਼ਨਲ ਔਰਗੇਨਾਈਜੇਸ਼ਨ। ਦੇਖੋ ਬੱਚਿਓ, ਇਸ ਤੋਂ ਪਹਿਲਾਂ ਆਪਾਂ ਕਰ ਚੁੱਕੇ ਹਾਂ, ਜਿਵੇਂ ਕਿ ਪਹਿਲਾ ਚੈਪਟਰ ਆਪਾਂ ਕਰਿਆ ਸੀ ਦਾ ਐਂਡ ਆਫ ਦਾ ਬਾਇਓਪੋਲੈਰਿਟੀ। ਇਸ ਤੋਂ ਬਾਅਦ ਆਪਾਂ ਕਰਿਆ ਸੀ ਅਲਟਰਨੇਟਿਵ ਸੈਂਟਰ ਆਫ ਪਾਵਰ। ਇਸ ਤੋਂ ਬਾਅਦ ਆਪਾਂ ਕਰਿਆ ਸੀ ਕੰਟੈਂਪਰਰੀ ਆਫ ਸਾਊਥ ਏਸ਼ੀਆ, ਅਤੇ ਅੱਜ ਆਪਾਂ ਕਰਾਂਗੇ ਇੰਟਰਨੈਸ਼ਨਲ ਔਰਗੇਨਾਈਜੇਸ਼ਨ। ਹਾਂਜੀ, ਦੇਖੋ ਬੱਚਿਓ, ਪਹਿਲਾਂ ਦੋ ਤਿੰਨ ਗੱਲਾਂ ਸੁਣੋ ਧਿਆਨ ਨਾਲ। ਜਿਹੜੀਆਂ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਹੁੰਦੀਆਂ ਨੇ, ਉਹ ਸਾਰੇ ਦੇਸ਼ਾਂ ਲਈ ਕੰਮ ਕਰਦੀਆਂ ਨੇ। ਕੁਝ ਸਮੱਸਿਆਵਾਂ ਇੰਨੀਆਂ ਵੱਡੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਇੱਕ ਦੇਸ਼ ਡੀਲ ਨਹੀਂ ਕਰ ਸਕਦਾ, ਜਿਵੇਂ ਕਿ ਟੈਰਰਿਜ਼ਮ ਹੈ, ਜਿਵੇਂ ਕਿ ਗਲੋਬਲ ਵਾਰਮਿੰਗ ਹੈ, ਜਿਵੇਂ ਕਿ ਕੋਈ ਐਪੀਡੈਮਿਕ ਹੈ। ਇਹ ਇਹੋ ਜਿਹੀਆਂ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਇੱਕ ਦੇਸ਼ ਨਹੀਂ ਨਜਿੱਠ ਸਕਦਾ। ਇਹਨਾਂ ਨੂੰ ਖ਼ਤਮ ਕਰਨ ਵਾਸਤੇ ਸਾਰੇ ਦੇਸ਼ਾਂ ਨੂੰ ਇਕੱਠਾ ਹੋਣਾ ਪੈਂਦਾ ਹੈ। ਸਾਰੇ ਦੇਸ਼ ਇਕੱਠੇ ਹੋ ਕੇ ਜਦੋਂ ਕੋਈ ਔਰਗੇਨਾਈਜੇਸ਼ਨ ਬਣਾਉਂਦੇ ਹੈ ਤਾਂ ਉਸਨੂੰ ਬੋਲਿਆ ਜਾਂਦਾ ਹੈ ਇੰਟਰਨੈਸ਼ਨਲ ਔਰਗੇਨਾਈਜੇਸ਼ਨ। ਇਹਦੇ ਵਿੱਚ ਮੇਨਲੀ UNO ਦੀ ਗੱਲ ਕੀਤੀ ਗਈ ਹੈ। ਜਿਹੜਾ UNO ਹੈ, ਯੂਨਾਈਟਿਡ ਨੇਸ਼ਨ ਔਰਗੇਨਾਈਜੇਸ਼ਨ, ਇਹ 1945 'ਚ ਬਣਿਆ ਸੀ। ਇਸ ਦਾ ਜਿਹੜਾ ਨਾਮ ਹੈ ਯੂਨਾਈਟਿਡ ਨੇਸ਼ਨ ਔਰਗੇਨਾਈਜੇਸ਼ਨ, ਇਹ ਅਮੈਰੀਕਾ ਦਾ ਪ੍ਰੈਜ਼ੀਡੈਂਟ ਸੀ ਫਰੈਂਕਲਿਨ ਡੀ ਰੂਜ਼ਵੈਲਟ, ਉਹਨਾਂ ਨੇ ਇਹ ਨਾਮ ਦਿੱਤਾ ਸੀ। ਐਕਚੁਅਲੀ ਦੇ ਵਿੱਚ ਇਸ ਦਾ ਹੌਲੀ ਹੌਲੀ ਵਿਕਾਸ ਹੋਇਆ ਹੈਗਾ। ਜਦੋਂ ਪਹਿਲਾ ਵਰਲਡ ਵਾਰ ਹੋਇਆ 1914 ਤੋਂ ਲੈ ਕੇ 1918 ਤੱਕ, ਤਾਂ ਵੀ ਬਹੁਤ ਤਬਾਹੀ ਹੋਈ। ਉਹਦੇ ਵਿੱਚ ਇੱਕ ਪਾਸੇ ਸੀਗੇ ਮਿੱਤਰ ਦੇਸ਼ ਅਲਾਈਜ਼ ਪਾਵਰ, ਇੱਕ ਪਾਸੇ ਸੀਗੇ ਕੇਂਦਰੀ ਦੇਸ਼ ਸੈਂਟਰਲ ਪਾਵਰ, ਜਿਸ 'ਚ ਜਰਮਨੀ ਵਗੈਰਾ ਸੀਗੇ। ਤਾਂ ਪਹਿਲੇ ਵਰਲਡ ਵਾਰ ਦੇ ਵਿੱਚ ਅਲਾਈਜ਼ ਪਾਵਰ ਜਿੱਤ ਗਏ ਸੀਗੇ ਅਤੇ ਸੈਂਟਰਲ ਪਾਵਰ ਹਾਰ ਗਏ ਸੀਗੇ। ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਹੋਈ, ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾਨ ਮਾਲ ਦਾ। ਤਾਂ ਇਸ ਤੋਂ ਬਾਅਦ ਵੀ ਇਹੋ ਜਿਹਾ ਵਰਲਡ ਵਾਰ ਨਾ ਹੋਵੇ, ਇਸ ਕਰਕੇ ਇੱਕ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਬਣਾਈ ਗਈ ਸੀ, ਲੀਗ ਆਫ ਨੇਸ਼ਨਜ਼। ਲੀਗ ਆਫ ਨੇਸ਼ਨ 1920 ਦੇ ਵਿੱਚ ਬਣੀ ਸੀ, 1946 ਤੱਕ ਰਹੀ ਸੀਗੀ ਉਹ। 1920 ਦੇ ਵਿੱਚ ਉਹ ਬਣੀ ਸੀ, ਤਾਂ ਉਹਦੇ ਉਸ ਸਮੇਂ ਜਿਹੜੇ ਦੇਸ਼ ਸੀਗੇ, ਆਜ਼ਾਦ ਦੇਸ਼ ਸੀਗੇ, ਉਹ ਇਹਦੇ ਮੈਂਬਰ ਸੀ। ਬਟ USA ਉਹਦਾ ਮੈਂਬਰ ਨਹੀਂ ਬਣਿਆ, ਇਸ ਕਰਕੇ ਉਹ ਵੀਕ ਰਹਿ ਗਿਆ ਸੀ। ਤਾਂ ਉਹ ਵੀਕ ਰਹਿ ਗਿਆ ਅਤੇ ਉਹ ਸੈਕਿੰਡ ਵਰਲਡ ਵਾਰ ਨਹੀਂ ਰੋਕ ਪਾਇਆ। ਉਹਦੇ 20 ਸਾਲਾਂ ਬਾਅਦ ਹੀ ਸੈਕਿੰਡ ਵਰਲਡ ਵਾਰ ਹੋ ਗਿਆ, ਜਿਹੜਾ ਉਸ ਤੋਂ ਵੀ ਜ਼ਿਆਦਾ ਭਿਆਨਕ ਸੀ। ਤਾਂ ਸੈਕਿੰਡ ਵਰਲਡ ਵਾਰ ਹੋਇਆ ਵੀ 1939 ਤੋਂ ਲੈ ਕੇ 1945 ਤੱਕ। ਇਹਦੇ ਵਿੱਚ ਇੱਕ ਪਾਸੇ ਇੱਕ ਪਾਸੇ ਐਕਸਿਸ ਪਾਵਰ ਸੀ, ਜਿਹੜਾ ਜਾਪਾਨ, ਜਰਮਨੀ ਅਤੇ ਇਟਲੀ ਸੀ, ਅਤੇ ਦੂਜੇ ਪਾਸੇ ਅਲਾਈਜ਼ ਪਾਵਰ, ਜਿਹਦੇ ਵਿੱਚ UK, ਫਰਾਂਸ, USA, USSR, ਇਹ ਵਾਲੇ ਦੇਸ਼ ਸੀਗੇ। ਇਹਦੇ ਵਿੱਚ ਵੀ ਜਿਹੜਾ ਅਲਾਈਜ਼ ਪਾਵਰ ਨੇ, USA ਵਗੈਰਾ, ਇਹ ਜਿੱਤ ਜਾਣਗੇ, ਐਕਸਿਸ ਪਾਵਰ ਹਾਰ ਜਾਣਗੇ। ਤਾਂ ਇਸ ਯੁੱਧ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀ। 1941 ਦੇ ਵਿੱਚ USA 'ਤੇ ਪਰਲ ਹਾਰਬਰ 'ਤੇ ਅਟੈਕ ਕੀਤਾ ਸੀ ਜਾਪਾਨ ਨੇ, ਜਿਸ ਤੋਂ ਬਾਅਦ USA ਨੇ ਯੁੱਧ ਦੇ ਵਿੱਚ ਐਂਟਰੀ ਕੀਤੀ ਸੀ। ਅਤੇ USA ਨੇ ਉਦੋਂ ਹੀ ਜਿਹੜਾ UNO ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਸੀ। ਅਟਲਾਂਟਿਕ ਚਾਰਟਰ ਸਾਈਨ ਕੀਤਾ ਸੀ ਉਹਨਾਂ ਨੇ, ਵਿੰਸਟਨ ਚਰਚਿਲ ਅਤੇ ਫਰੈਂਕਲਿਨ ਡੀ ਰੂਜ਼ਵੈਲਟ ਨੇ। ਤਾਂ ਉਦੋਂ ਤੋਂ ਹੀ UNO ਬਣਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ। ਅਤੇ ਵਰਲਡ ਵਾਰ ਖਤਮ ਹੋਇਆ 1945 'ਚ, ਅਤੇ 1945 ਦੇ ਵਿੱਚ ਹੀ UNO ਦਾ ਚਾਰਟਰ ਸਾਈਨ ਕੀਤਾ ਗਿਆ ਸੈਨ ਫਰਾਂਸਿਸਕੋ ਵਿਖੇ। ਇੰਡੀਆ ਦਾ ਫਾਊਂਡਿੰਗ ਮੈਂਬਰ ਹੈ, ਬਟ ਇੰਡੀਆ ਨੇ ਅਕਤੂਬਰ 1945 ਦੇ ਵਿੱਚ ਇਹਦਾ ਚਾਰਟਰ ਸਾਈਨ ਕੀਤਾ ਸੀ। ਵੈਸੇ 51 ਕੰਟਰੀਜ਼ ਨੇ ਇਹਦਾ ਚਾਰਟਰ ਸਾਈਨ ਕੀਤਾ ਸੀ ਜਦੋਂ ਇਹ ਫਾਊਂਡ ਹੋਇਆ, 24 ਅਕਤੂਬਰ 1945 ਨੂੰ ਜਦੋਂ ਫਾਊਂਡ ਹੋਇਆ ਹੈਗਾ। ਤਾਂ UNO ਫਾਊਂਡ ਹੋਇਆ 24 ਅਕਤੂਬਰ 1945 ਨੂੰ, ਸੈਕਿੰਡ ਵਰਲਡ ਵਾਰ ਤੋਂ ਬਾਅਦ। ਇਹਨੂੰ ਲੀਗ ਆਫ ਨੇਸ਼ਨ ਦਾ ਸਕਸੈਸਰ ਮੰਨਿਆ ਜਾਂਦਾ ਗਾ। ਤਾਂ ਇਹ ਸੀਗਾ ਵੀ UNO ਬਾਰੇ। ਅਤੇ UNO ਦੇ 6 ਔਰਗਨ ਨੇ, ਇਹਦਾ ਹੈੱਡਕੁਆਟਰ ਨਿਊਯਾਰਕ ਦੇ ਵਿੱਚ ਹੈਗਾ। 6 ਔਰਗਨ ਕਿਹੜੇ ਕਿਹੜੇ ਨੇ? ਜਿਵੇਂ ਕਿ ਜਨਰਲ ਅਸੈਂਬਲੀ, ਜਿਵੇਂ ਕਿ ਸਿਕਿਉਰਿਟੀ ਕੌਂਸਲ, ਜਿਹੜਾ ਇਹ ਸਭ ਤੋਂ ਇੰਪੋਰਟੈਂਟ ਔਰਗਨ ਹੈ ਸਿਕਿਉਰਿਟੀ ਕੌਂਸਲ। ਸਿਕਿਉਰਿਟੀ ਕੌਂਸਲ ਦੇ ਵਿੱਚ 15 ਦੇਸ਼ ਮੈਂਬਰ ਹੁੰਦੇ ਆ। 5 ਪਰਮਾਨੈਂਟ ਮੈਂਬਰਾਂ ਨੂੰ P5 ਬੋਲ ਦਿੰਦੇ ਆ, ਜਿਵੇਂ ਕਿ USA, UK, ਫਰਾਂਸ, ਰਸ਼ੀਆ, ਚਾਈਨਾ। ਇਹ 5 ਪਰਮਾਨੈਂਟ ਮੈਂਬਰ ਹੈਗੇ। ਸਿਕਿਉਰਿਟੀ ਕੌਂਸਲ ਦੇ ਵਿੱਚ ਸਭ ਤੋਂ ਵੱਧ ਪਾਵਰ ਇਹਨਾਂ ਪੰਜਾਂ ਕੋਲ ਹੀ ਹੈ, ਇਹਨਾਂ ਕੋਲ ਵੀਟੋ ਪਾਵਰ ਵੀ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ 10 ਨੋਨ ਪਰਮਾਨੈਂਟ ਮੈਂਬਰ ਹੁੰਦੇ, ਜਿਨ੍ਹਾਂ ਦਾ ਕਾਰਜਕਾਲ 2 ਸਾਲ ਦਾ ਹੁੰਦਾ ਗਾ। ਇਸ ਤੋਂ ਇਲਾਵਾ ECOSOC ਹੈ ਵੀ, ਇਕਨੋਮਿਕ ਐਂਡ ਸੋਸ਼ਲ ਕੌਂਸਲ ਹੈ। ਟਰੱਸਟੀਸ਼ਿਪ ਕੌਂਸਲ ਹੈ। ICJ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਜਿਹਦਾ ਕਿ ਹੈੱਡਕੁਆਟਰ ਹੇਗ ਦੇ ਵਿੱਚ ਹੈ, ਨੀਦਰਲੈਂਡ ਦੇ ਵਿੱਚ। ਇੱਕ ਸੈਕਰੇਟਰੀਏਟ ਹੈ। ਇੱਕ UNO ਦਾ ਹੈੱਡ ਹੁੰਦਾ ਗਾ, ਜਿਹੜਾ ਕਿ ਹੁਣ ਐਂਟੋਨੀਓ ਗੁਟੇਰਸ ਹੈਗਾ। ਹਾਂਜੀ, ਇਹ ਸੀਗਾ ਵੀ UNO ਬਾਰੇ। ਆਪਾਂ UNO ਬਾਰੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਪੜ੍ਹਦੇ ਹਾਂ। ਆਪਾਂ ਇਸ ਚੈਪਟਰ ਦੇ ਵਿੱਚ ਪੜ੍ਹਾਂਗੇ ਕਿ UNO ਦੀ ਸਟਰਕਚਰ ਕਿੱਦਾਂ ਦੀ ਹੈ, UNO ਵਰਗੀਆਂ ਸੰਸਥਾਵਾਂ ਕਿਉਂ ਚਾਹੀਦੀਆਂ ਨੇ। ਆਪਾਂ ਇਹਦੇ 'ਚ ਪੜ੍ਹਾਂਗੇ UNO 'ਚ ਕੁਝ ਰਿਫੋਰਮ ਕਰਨ ਦੀ ਜ਼ਰੂਰਤ ਹੈ, ਸਮੇਂ ਸਮੇਂ 'ਤੇ ਕੁਝ ਰਿਫੋਰਮ ਹੋਏ ਆ, ਉਹ ਕਦੋਂ ਕਦੋਂ ਹੋਏ ਆ,
ਇੰਡੀਆ ਦੇ ਯੂਐਨਓ ਦੇ ਕਿੱਦਾਂ ਦੇ ਰਿਲੇਸ਼ਨ ਰਹੇ ਹੈ ਅਤੇ ਯੂਨੀਪੋਲਰ ਵਰਲਡ ਦੇ ਵਿੱਚ ਯੂਐਨਓ ਦਾ ਕੀ ਰੋਲ ਹੈਗਾ। ਇਹ ਸਾਰਾ ਕੁਛ ਆਪਾਂ ਚੈਪਟਰ ਦੇ ਵਿੱਚ ਪੜ੍ਹਾਂਗੇ। ਬਹੁਤ ਆਸਾਨ ਚੈਪਟਰ ਹੈ ਅਤੇ ਬਹੁਤ ਮਹੱਤਵਪੂਰਨ ਚੈਪਟਰ ਹੈ। ਇਹਦੇ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਤੁਹਾਡੇ ਫਾਈਨਲ ਐਗਜ਼ਾਮ ਦੇ ਵਿੱਚ। ਹਾਂਜੀ, ਸ਼ੁਰੂ ਕਰਦੇ ਹਾਂ। ਵਾਈ ਇੰਟਰਨੈਸ਼ਨਲ ਔਰਗੇਨਾਈਜੇਸ਼ਨ, ਆਪਾਂ ਨੂੰ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਕਿਉਂ ਚਾਹੀਦੀ ਹੈਗੀ। ਇੰਟਰਨੈਸ਼ਨਲ ਔਰਗੇਨਾਈਜੇਸ਼ਨ ਨੋਟ ਵਰਕ ਫॉर ਵਨ ਕੰਟਰੀ, ਇਟ ਵਰਕਸ ਫॉर ਆਲ ਕੰਟਰੀ। ਜਿਹੜੀ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਹੁੰਦੇ ਉਹ ਸਿਰਫ ਇੱਕ ਦੇਸ਼ ਲਈ ਕੰਮ ਨਹੀਂ ਕਰਦੇ, ਉਹ ਬਹੁਤ ਸਾਰੇ ਦੇਸ਼ਾਂ ਲਈ ਕੰਮ ਕਰਦੇ ਆ, ਸਾਰੇ ਦੇਸ਼ਾਂ ਲਈ ਕੰਮ ਕਰਦੇ ਆ। ਸਮ ਸਿਚੁਏਸ਼ਨਜ਼ ਆਰ ਵੈਰੀ ਬਿਗ ਦੈਟ ਆਰ ਕੰਟਰੀ ਕੈਨ ਨਾਟ ਡੀਲ ਵਿਦ ਇਟ, ਇਨ ਦਿਸ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਹੈਲਪ ਈਚ ਅਦਰ, ਫੋਰ ਐਗਜ਼ਾਮਪਲ ਗਲੋਬਲ ਵਾਰਮਿੰਗ, ਐਪੀਡੈਮਿਕ, ਟੈਰਰਿਜ਼ਮ। ਹਾਂਜੀ, ਕੁਝ ਸਿਚੁਏਸ਼ਨਾਂ ਬਹੁਤ ਜ਼ਿਆਦਾ ਵੱਡੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਇੱਕ ਦੇਸ਼ ਹੈਂਡਲ ਨਹੀਂ ਕਰ ਸਕਦਾ, ਤਾਂ ਉਹਨਾਂ ਸਮੱਸਿਆਵਾਂ ਨਾਲ ਨਜਿੱਠਣ ਵਾਸਤੇ ਇਹ ਇੰਟਰਨੈਸ਼ਨਲ ਔਰਗੇਨਾਈਜੇਸ਼ਨਾਂ ਬਣਾਈਆਂ ਜਾਂਦੀਆਂ ਨੇ। ਉਹ ਸਾਡੀ ਮਦਦ ਕਰਦੀਆਂ, ਜਿਵੇਂ ਕਿ ਗਲੋਬਲ ਵਾਰਮਿੰਗ ਦੇ ਵਿੱਚ, ਐਪੀਡੈਮਿਕ ਦੇ ਵਿੱਚ, ਟੈਰਰਿਜ਼ਮ ਦੇ ਲਈ। ਇੰਟਰਨੈਸ਼ਨਲ ਔਰਗੇਨਾਈਜੇਸ਼ਨ ਹੈਲਪਸ ਇਨ ਵਾਰ ਐਂਡ ਪੀਸ ਐਂਡ ਸੋਲਵ ਕੰਟਰੋਵਰਸੀ ਅਮੰਗ ਡਿਫਰੈਂਟ ਕੰਟਰੀਜ਼। ਜਿਹੜੀ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਉਹ ਸਾਡੀ ਮਦਦ ਕਰਦੀਆਂ ਨੇ ਯੁੱਧ ਦੇ ਵਿੱਚ ਸ਼ਾਂਤੀ ਬਣਾਉਣ ਵਾਸਤੇ, ਜਾਂ ਦੇਸ਼ਾਂ ਦੇ ਵਿਚਕਾਰ ਜਿਹੜੇ ਝਗੜੇ ਆ, ਕੰਟਰੋਵਰਸੀ ਆ, ਉਹਨਾਂ ਨੂੰ ਘੱਟ ਕਰਨ ਵਾਸਤੇ। ਹਾਂਜੀ, ਇਸ ਕਰਕੇ ਬਣਾਈਆਂ ਜਾਂਦੀਆਂ ਨੇ ਇੰਟਰਨੈਸ਼ਨਲ ਔਰਗੇਨਾਈਜੇਸ਼ਨ। ਅੱਗੇ ਹੈ ਵੀ ਐਵੋਲੂਸ਼ਨ ਆਫ ਦਾ ਯੂਐਨ। ਯੂਐਨ ਹੋਂਦ 'ਚ ਕਿਵੇਂ ਆਇਆ। ਹਾਂਜੀ, ਆਫਟਰ ਦਾ ਵਰਲਡ ਵਾਰ 1, 1914 ਟੂ 1918, ਲੀਗ ਆਫ ਨੇਸ਼ਨ ਵਾਜ਼ ਬੋਰਨ, ਬਟ ਇਟ ਕੁਡ ਨਾਟ ਸਟੋਪ ਦਾ ਵਰਲਡ ਵਾਰ ਸੈਕਿੰਡ। ਮੈਂ ਤੁਹਾਨੂੰ ਪਹਿਲਾਂ ਦੱਸਤਾ ਸੀ ਇਹਦੇ ਬਾਰੇ ਕਿ ਪਹਿਲੇ ਵਰਲਡ ਵਾਰ ਤੋਂ ਬਾਅਦ ਬਣਾਇਆ ਗਿਆ ਲੀਗ ਆਫ ਨੇਸ਼ਨ, ਬਟ ਲੀਗ ਆਫ ਨੇਸ਼ਨ 1920 'ਚ ਬਣਿਆ ਸੀ ਵੈਸੇ ਇਹ ਸੈਕਿੰਡ ਵਰਲਡ ਵਾਰ ਨੂੰ ਰੋਕ ਨਹੀਂ ਸਕਿਆ। ਇਨ ਸੈਕਿੰਡ ਵਰਲਡ ਵਾਰ 1939 ਤੋਂ 45 ਮੈਨੀ ਮੋਰ ਪੀਪਲ ਡਾਈਡ ਐਂਡ ਵਰ ਵੂੰਡਡ ਇਨ ਦਿਸ ਵਾਰ ਦੈਨ ਈਵਰ ਬਿਫੋਰ, ਐਂਡ ਦਾ ਯੂਐਨ ਵਾਜ਼ ਫਾਊਂਡਡ ਐਜ ਏ ਸਕਸੈਸਰ ਟੂ ਦਾ ਲੀਗ ਆਫ ਨੇਸ਼ਨ। ਜਿਹੜਾ ਸੈਕਿੰਡ ਵਰਲਡ ਵਾਰ ਸੀਗਾ ਵੀ, ਉਹ ਪਹਿਲੇ ਵਰਲਡ ਵਾਰ ਨਾਲੋਂ ਵੀ ਜ਼ਿਆਦਾ ਭਿਆਨਕ ਸੀਗਾ। ਇਸ ਦੇ ਵਿੱਚ ਜਾਨ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਤਾਂ ਪਹਿਲੇ ਵਰਲਡ ਵਾਰ ਤੋਂ ਬਾਅਦ ਜਿਹੜਾ ਲੀਗ ਆਫ ਨੇਸ਼ਨ ਬਣਿਆ ਸੀਗਾ, ਉਸ ਦੂਜੇ ਵਰਲਡ ਵਾਰ ਨੂੰ ਰੋਕ ਨਹੀਂ ਸਕਿਆ। ਅਤੇ ਯੂਐਨ ਸੈਕਿੰਡ ਵਰਲਡ ਵਾਰ ਤੋਂ ਬਾਅਦ ਬਣਾਇਆ ਗਿਆ ਅਤੇ ਇਹਨੂੰ ਉਹਦਾ ਉੱਤਰਾਧਿਕਾਰੀ ਮੰਨਿਆ ਜਾਂਦਾ, ਸਕਸੈਸਰ ਮੰਨਿਆ ਜਾਂਦਾ ਲੀਗ ਆਫ ਨੇਸ਼ਨ ਦਾ। ਵੈਸੇ ਲੀਗ ਆਫ ਨੇਸ਼ਨ 1946 'ਚ ਖਤਮ ਕੀਤਾ ਸੀ, ਇਹ ਤੁਸੀਂ ਯਾਦ ਰੱਖਣਾ ਗਾ। ਇਟ ਵਾਜ ਐਸਟੇਬਲਿਸ਼ਡ ਇਨ 24 ਅਕਤੂਬਰ 1945 ਐਂਡ ਇੰਡੀਆ ਵਾਜ ਸਾਈਨਡ ਔਨ 30 ਅਕਤੂਬਰ 1945। ਜਿਹੜਾ ਯੂਐਨਓ ਹੈ ਉਹ ਐਸਟੇਬਲਿਸ਼ ਹੋਇਆ ਵੀ 24 ਅਕਤੂਬਰ 1945 ਨੂੰ। 24 ਅਕਤੂਬਰ ਨੂੰ ਮਨਾਇਆ ਜਾਂਦਾ ਹੈਗਾ ਯੂਐਨਓ ਡੇ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਇੰਡੀਆ ਨੇ ਤੇ ਸਾਈਨ ਕੀਤੇ 30 ਅਕਤੂਬਰ 1945 ਨੂੰ, ਇਹ ਯਾਦ ਰੱਖਣਾ ਬੱਚਿਓ। ਅੱਗੇ ਵੱਧਦੇ ਹਾਂ ਵੀ। ਅੱਗੇ ਆ ਗਿਆ ਯੂਐਨਓ ਦੇ ਓਬਜੈਕਟਿਵ ਕੀ ਹੈਗੇ, ਯੂਐਨਓ ਨੂੰ ਕਿਉਂ ਬਣਾਇਆ ਗਿਆ ਹੈਗਾ, ਕੀ ਉਦੇਸ਼ ਹੈ ਯੂਐਨਓ ਨੂੰ ਬਣਾਉਣ ਦੇ। ਟੂ ਪ੍ਰੀਵੈਂਟ ਇੰਟਰਨੈਸ਼ਨਲ ਕਨਫਲਿਕਟ, ਜਿਹੜੇ ਅੰਤਰਰਾਸ਼ਟਰੀ ਵਿਵਾਦ ਹੈ ਉਹਨਾਂ ਨੂੰ ਰੋਕਣਾ ਗਾ। ਟੂ ਸ਼ੋ ਕੋਓਪਰੇਸ਼ਨ ਅਮੰਗ ਸਟੇਟਸ, ਦੇਸ਼ਾਂ ਦੇ ਵਿਚਕਾਰ ਸਹਿਯੋਗ ਵਧਾਉਣਾ ਗਾ। ਇਫ ਇਟ ਵਾਜ ਫਾਊਂਡਡ ਟੂ ਵਾਰ ਇਨ ਐਨੀ ਕੰਟਰੀਜ਼ ਦੈਨ ਟੂ ਓਵਰਕਮ ਦਾ ਲਿਮਿਟਸ ਆਫ ਐਨੀਮੀ। ਜੇਕਰ ਇਹ ਲੱਗੇ ਕਿ ਕਿਸੇ ਦੋ ਦੇਸ਼ਾਂ ਦੇ ਵਿਚਕਾਰ ਯੁੱਧ ਹੋ ਸਕਦਾ ਹੈ, ਤਾਂ ਉਹਨਾਂ ਵਿੱਚ ਯੂਐਨਓ ਨੇ ਘੱਟੋ ਘੱਟ ਦੁਸ਼ਮਣੀ ਘਟਾਉਣੀ ਹੈਗੀ। ਹਾਂਜੀ, ਟੂ ਵਰਕ ਇਨ ਦਾ ਸੋਸ਼ਲ ਇਕਨੋਮਿਕ ਡਿਵੈਲਪਮੈਂਟ ਇਨ ਦਾ ਵਰਲਡ, ਦੁਨੀਆ ਦੇ ਵਿੱਚ ਸਮਾਜਿਕ ਆਰਥਿਕ ਵਿਕਾਸ ਲਈ ਕੰਮ ਕਰਨਾ ਗਾ। ਟੂ ਹੈਲਪ ਇਨ ਐਪੀਡੈਮਿਕ ਐਂਡ ਐਨੀ ਕ੍ਰਾਈਸਿਸ ਇਨ ਦਾ ਵਰਲਡ, ਜੇ ਦੁਨੀਆ ਦੇ ਵਿੱਚ ਕੋਈ ਐਪੀਡੈਮਿਕ ਆਉਂਦੀ ਹੈ ਜਾਂ ਕੋਈ ਹੋਰ ਸੰਕਟ ਆਉਂਦਾ ਗਾ, ਤਾਂ ਉਦੋਂ ਮਦਦ ਕਰਨੀ ਹੈ ਯੂਐਨਓ ਨੇ। ਐਟ ਪ੍ਰੈਜੈਂਟ ਯੂਐਨ ਹੈਵ 193 ਮੈਂਬਰਸ। ਦੇਖੋ ਬੱਚਿਓ, ਯੂਐਨਓ ਦੀ ਜਿਹੜੀ ਜਨਰਲ ਅਸੈਂਬਲੀ ਹੁੰਦੀ ਹੈ ਉਹਦੇ ਵਿੱਚ ਸਾਰੇ ਦੇਸ਼ ਆਪਦਾ ਇੱਕ ਇੱਕ ਮੈਂਬਰ ਭੇਜ ਸਕਦੇ ਆ, ਵੈਸੇ 3 ਭੇਜ ਸਕਦੇ, ਉਹਦੀ ਵੋਟ ਇੱਕ ਮੰਨੀ ਜਾਊਗੀ, ਤਾਂ ਹੁਣ ਉਹ 193 ਹੈਗੀ। ਅਤੇ ਸਭ ਤੋਂ ਜਿਹੜਾ ਨਿਊ ਮੈਂਬਰ ਹੈਗਾ ਉਹ ਸਾਊਥ ਸੁਡਾਨ ਆ, 2014 'ਚ ਬਣਿਆ ਸੀ। ਹਾਂਜੀ, ਐਂਡ ਆਲ ਮੈਂਬਰਸ ਹੈਵ 1 ਵੋਟ ਈਚ, ਹਰੇਕ ਦੇਸ਼ ਕੋਲ ਇੱਕ ਵੋਟ ਹੈਗੀ। ਇਨ ਦਾ ਯੂਐਨ ਸਿਕਿਉਰਿਟੀ ਕੌਂਸਲ ਦੇਅਰ ਆਰ 5 ਪਰਮਾਨੈਂਟ ਮੈਂਬਰ। ਯੂਐਨ ਸਿਕਿਉਰਿਟੀ ਕੌਂਸਲ ਜਿਹੜਾ ਮੇਨ ਔਰਗਨ ਹੈ ਇਹਦਾ, ਅਤੇ ਯੂਐਨ ਸਿਕਿਉਰਿਟੀ ਕੌਂਸਲ ਦੇ ਵਿੱਚ 5 ਪਰਮਾਨੈਂਟ ਹੁੰਦੇ, ਉਹਨੂੰ P5 ਬੋਲ ਦਿੰਦੇ ਆ, ਜਿਹੜੇ ਕਿ USA, UK, ਫਰਾਂਸ, ਰਸ਼ੀਆ ਅਤੇ ਚਾਈਨਾ ਨੇ। ਹਾਂਜੀ, 10 ਨੋਨ ਪਰਮਾਨੈਂਟ ਮੈਂਬਰ ਸਿਲੈਕਟਡ ਫਾਰ 2 ਈਅਰ, ਜਿਹੜੇ 10 ਨੋਨ ਪਰਮਾਨੈਂਟ ਮੈਂਬਰ ਚੁਣੇ ਜਾਂਦੇ ਨੇ, ਉਹ 2 ਸਾਲਾਂ ਵਾਸਤੇ ਚੁਣੇ ਜਾਂਦੇ ਨੇ, 2 ਸਾਲਾਂ ਵਾਸਤੇ। ਹਾਂਜੀ, ਅਤੇ ਇਮੀਡੀਏਟ ਬਾਅਦ 2 ਸਾਲਾਂ ਤੋਂ ਉਹ ਨਹੀਂ ਦੁਬਾਰਾ ਨਹੀਂ ਬਣ ਸਕਦੇ। ਸੈਕਟਰੀ ਜਨਰਲ ਇਜ਼ ਦਾ ਹੈਡ ਆਫ ਦਾ ਯੂਐਨ ਐਂਡ ਪ੍ਰੈਜ਼ੈਂਟ ਐਂਟੋਨੀਓ ਗੁਟੇਰਸ ਫਰੋਮ 1 ਜਨਵਰੀ 2017। ਯੂਐਨਓ ਦਾ ਇੱਕ ਹੈੱਡ ਹੁੰਦਾ ਗਾ, ਜਿਹੜਾ ਪ੍ਰੈਜ਼ੈਂਟ ਆ ਉਹ ਐਂਟੋਨੀਓ ਗੁਟੇਰਸ ਹੈਗਾ, ਉਹ 2017 ਤੋਂ ਬਣਿਆ ਹੋਇਆ ਹੈਗਾ। ਯੂਐਨ ਹੈਜ਼ ਟੋਟਲ 6 ਔਰਗਨ ਐਂਡ ਯੂਐਨ ਦਾ ਹੈਡਕੁਆਟਰ ਇਨ ਨਿਊਯਾਰਕ। ਅਤੇ ਯੂਐਨ ਦੇ ਟੋਟਲ 6 ਔਰਗਨ ਨੇਗੇ, ਅਤੇ ਇਹਦਾ ਹੈਡਕੁਆਟਰ ਜਿਹੜਾ ਉਹ ਨਿਊਯਾਰਕ ਦੇ ਵਿੱਚ ਹੈਗਾ, ਅਮਰੀਕਾ 'ਚ ਹੈਗਾ। ਹਾਂਜੀ ਬੱਚਿਓ, ਅੱਗੇ ਵੱਧਦੇ ਹਾਂ। ਹਾਂਜੀ, ਯੂਐਨਓ ਦੇ ਵਿੱਚ ਕਿਹੜੇ ਕਿਹੜੇ ਰਿਫੋਰਮ ਲੈ ਕੇ ਆਏ ਹੈ,
ਆਪਾਂ ਕੋਲਡ ਵਾਰ ਤੋਂ ਬਾਅਦ ਕਿਹੜੇ ਰਿਫੋਰਮ ਕੀਤੇ ਗਏ ਨੇ, ਇਹ ਆਪਾਂ ਦੇਖਾਂਗੇ। ਹਾਂਜੀ, ਪਹਿਲਾਂ ਵੀ ਰਿਫੋਰਮ ਐਂਡ ਇੰਪਰੂਵਮੈਂਟ ਆਰ ਫੰਡਾਮੈਂਟਲ ਟੂ ਐਨੀ ਆਰਗੇਨਾਈਜੇਸ਼ਨ ਟੂ ਸਰਵ ਦਾ ਨੀਡਸ ਆਫ ਏ ਚੇਂਜਿੰਗ ਇਨਵਾਇਰਮੈਂਟ। ਦੇਖੋ ਵੀ ਕਿਸੇ ਵੀ ਸੰਸਥਾ ਦੇ ਵਿੱਚ ਸਮੇਂ ਦੇ ਨਾਲ ਤਬਦੀਲੀਆਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ, ਇਹ ਫੰਡਾਮੈਂਟਲੀ ਹੁੰਦੀਆਂ ਨੇਗੀਆਂ। ਕਿਸੇ ਵੀ ਆਰਗੇਨਾਈਜੇਸ਼ਨ ਸਮੇਂ ਦੇ ਨਾਲ ਬਦਲਦੇ ਹੋਏ ਇਨਵਾਇਰਮੈਂਟ ਦੇ ਵਿੱਚ ਘੱਟ ਮਹੱਤਵਪੂਰਨ ਹੋ ਜਾਂਦੀ ਹੈ, ਇਸ ਕਰਕੇ ਉਹ 'ਚ ਸੁਧਾਰ ਕਰਨਾ ਬਹੁਤ ਲਾਜ਼ਮੀ ਹੈ। ਰਿਫੋਰਮ ਆਫ ਦਾ ਆਰਗੇਨਾਈਜੇਸ਼ਨ ਸਟਰਕਚਰਜ਼ ਐਂਡ ਪ੍ਰੋਸੈਸਿਜ਼ ਐਂਡ ਏ ਰਿਵਿਊ ਆਫ ਦਾ ਇਸ਼ੂਜ਼ ਦੈਟ ਫਾਲ ਵਿਦਿਨ ਦਾ ਜੂਰਿਡਿਕਸ਼ਨ ਆਫ ਦਾ ਆਰਗੇਨਾਈਜੇਸ਼ਨ। ਕਿਸੇ ਵੀ ਸੰਸਥਾ ਦੇ ਵਿੱਚ ਸੁਧਾਰ ਕਰਨਾ, ਉਹਦੀ ਸਟਰਕਚਰ ਦੇ ਵਿੱਚ ਚੇਂਜਸ ਲੈ ਕੇ ਆਉਣੀਆਂ, ਉਹਦੇ ਆਪਦੇ ਵਿੱਚ ਹੀ ਉਹਦੇ ਬਾਰੇ ਲਿਖਿਆ ਹੁੰਦਾ ਗਾ। ਉਸਦੇ ਆਪਦੇ ਅਧਿਕਾਰ ਖੇਤਰ ਦੇ ਵਿੱਚ ਹੀ ਆਉਂਦਾ ਗਾ ਕਿ ਉਹਨੂੰ ਕਿਵੇਂ ਸੁਧਾਰਨਾ ਗਾ, ਉਹਦੇ ਪ੍ਰੋਸੈਸ ਨੂੰ ਕਿਵੇਂ ਵਧੀਆ ਬਣਾਉਣਾ ਗਾ, ਕਿਵੇਂ ਮਜ਼ਬੂਤ ਕਰਨਾ ਗਾ, ਇਹ ਉਹਦੇ ਆਪਦੇ ਅਧਿਕਾਰ ਖੇਤਰ ਦੇ ਵਿੱਚ ਹੀ ਸ਼ਾਮਲ ਹੁੰਦਾ ਗਾ। Reform of the organization structure and processes, the biggest discussion has been on the functioning of the Security Council and demanded for a increase in the UN Security Council and permanent and non-permanent members। ਇਹਦੇ ਪ੍ਰੋਸੈਸ ਅਤੇ ਸਟਰਕਚਰ ਦੇ ਵਿੱਚ ਰਿਫੋਰਮ ਵਾਸਤੇ ਇੱਕ ਬਹੁਤ ਵੱਡੀ ਡਿਸਕਸ਼ਨ ਹੋ ਚੁੱਕੀਆਂ ਨੇ ਡਿਸਕਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ। ਇਹਦੀ ਸਿਕਿਉਰਿਟੀ ਕੌਂਸਲ ਦੀ ਫੰਕਸ਼ਨਿੰਗ ਕਿੱਦਾਂ ਦੀ ਹੋਣੀ ਚਾਹੀਦੀ ਹੈ, ਇਹਦੇ ਦੇ ਲਈ ਵੀ ਡਿਸਕਸ਼ਨ ਹੋ ਚੁੱਕੀ ਹੈਗੀ। ਅਤੇ ਇਹਦੇ ਵਿੱਚ ਪਰਮਾਨੈਂਟ ਅਤੇ ਨੋਨ ਪਰਮਾਨੈਂਟ ਮੈਂਬਰ ਦੀ ਸੰਖਿਆ ਵਧਾਈ ਜਾਵੇ, ਇਹਦੀ ਵੀ ਮੰਗ ਉਠਾਈ ਗਈ ਹੈ। Review of the issue that fall within the jurisdiction of the organization. Some country and experts want the organization to work in peace and security mission. Others want to development and humanitarian work, health, education, environment। ਕੁਝ ਦੇਸ਼ ਇਹ ਸੋਚਦੇ ਨੇ ਕਿ UN ਨੂੰ ਸਿਰਫ ਕੰਮ ਆ ਜਿਹੜਾ ਉਹ ਪੀਸ ਦੇ ਲਈ ਕਰਨਾ ਚਾਹੀਦਾ ਗਾ, ਪੀਸ ਅਤੇ ਸਿਕਿਉਰਿਟੀ ਮਿਸ਼ਨ ਦੇ ਲਈ ਕਰਨਾ ਚਾਹੀਦਾ ਗਾ। ਕੁਝ ਦੇਸ਼ ਇਹ ਚਾਹੁੰਦੇ ਹੈਗੇ ਕਿ UN ਨੂੰ ਹਿਊਮਨਟੇਰੀਅਨ ਵਰਕ 'ਤੇ ਵੀ ਧਿਆਨ ਦੇਣਾ ਚਾਹੀਦਾ ਗਾ, ਜਿਵੇਂ ਕਿ ਐਪੀਡੈਮਿਕਸ ਹੋ ਗਈਆਂ, ਹੈਲਥ ਹੋ ਗਿਆ, ਐਜੂਕੇਸ਼ਨ ਹੋ ਗਿਆ, ਇਨਵਾਇਰਮੈਂਟ ਹੋ ਗਿਆ, ਉਹਨੂੰ ਸੁਧਾਰਨ ਵਾਸਤੇ ਵੀ ਮਨੁੱਖੀ ਵਿਕਾਸ ਲਈ ਵੀ ਕੰਮ ਕਰਨਾ ਚਾਹੀਦਾ ਗਾ। US and other western countries improvement want improvement in the UN's budgetary procedure and its administration। ਜਿਹੜੇ ਪੱਛਮੀ ਦੇਸ਼ ਹੈ ਜਾਂ US ਹੈ, ਉਹ ਇਹ ਚਾਹੁੰਦਾ ਗਾ ਕਿ ਇਹਦੇ ਬਜਟਰੀ ਸਿਸਟਮ ਦੇ ਵਿੱਚ ਜਿਹੜਾ ਪ੍ਰੋਸੀਜਰ ਹੈ, ਬਜਟਰੀ ਪ੍ਰੋਸੀਜਰ ਹੈ ਜਾਂ ਇਹਦਾ ਪ੍ਰਸ਼ਾਸਨ ਹੈ, ਉਹਦੇ ਵਿੱਚ ਸੁਧਾਰ ਹੋਣਾ ਚਾਹੀਦਾ, ਕਿਉਂਕਿ ਜ਼ਿਆਦਾ ਬਜਟ ਦਾ ਬੋਝ US ਜਾਂ ਵੈਸਟਰਨ ਕੰਟਰੀਜ਼ 'ਤੇ ਪੈਂਦਾ ਗਾ। ਇਹ ਵੀ ਉਹਨਾਂ ਦੀ ਡਿਮਾਂਡ ਹੈਗੀ, ਸੁਧਾਰ ਦੀ ਮੰਗ ਹੈਗੀ। ਹਾਂਜੀ, ਅਗਲਾ ਟੌਪਿਕ ਹੈ ਬੱਚਿਓ, ਚੇਂਜਿਸ ਆਫਟਰ ਦਾ ਕੋਲਡ ਵਾਰ। ਕੋਲਡ ਵਾਰ ਤੋਂ ਬਾਅਦ ਕਿਹੜੀਆਂ ਚੇਂਜਿਸ ਆਈਆਂ UN ਦੇ ਵਿੱਚ। ਜਿਵੇਂ ਪਹਿਲਾ, ਦਾ ਸੋਵੀਅਤ ਯੂਨੀਅਨ ਹੈਜ਼ ਕਲੈਪਸਡ। ਆਪਾਂ ਨੂੰ ਪਤਾ ਹੈਗਾ ਕਿ ਸੋਵੀਅਤ ਯੂਨੀਅਨ 1991 ਵਿੱਚ ਕਲੈਪਸ ਹੋ ਗਈ, USSR ਕਲੈਪਸ ਹੋ ਗਿਆ, ਡਿਸਇੰਟੀਗ੍ਰੇਟ ਹੋ ਗਿਆ, ਤਾਂ ਬਹੁਤ ਸਾਰੇ ਦੇਸ਼ ਆਜ਼ਾਦ ਹੋਣਗੇ। ਦਾ US ਇਜ਼ ਦਾ ਸਟਰੋਂਗੈਸਟ ਪਾਵਰ। ਦੇਖੋ ਬੱਚੇ, ਜਦੋਂ ਕੋਲਡ ਵਾਰ ਚੱਲ ਰਿਹਾ ਸੀ, ਉਹਦੇ ਵਿੱਚ ਦੋ ਦੇਸ਼ਾਂ ਦੇ ਵਿਚਕਾਰ ਵੀ ਦਾਦਾ ਬਣਨ ਦਾ ਜਾਂ ਐਂ ਕਹਿ ਲਓ ਵੀ ਦੁਨੀਆ 'ਤੇ ਰਾਜ ਕਰਨ ਦਾ ਇੱਕ ਲੜਾਈ ਚੱਲ ਰਹੀ ਸੀ USA ਦੇ USSR ਦੇ ਵਿਚਕਾਰ, ਉਹਨੂੰ ਕੋਲਡ ਵਾਰ ਬੋਲਿਆ ਜਾਂਦਾ, ਜਦ ਕਿ ਹੌਟ ਵਾਰ ਕਦੇ ਵੀ ਨਹੀਂ ਹੋਇਆ ਉਹ। ਤਾਂ ਜਦੋਂ USSR ਡਿਸਇੰਟੀਗ੍ਰੇਟ ਹੋਇਆ ਤਾਂ ਇਕੱਲਾ USA ਰਹਿ ਗਿਆ, ਸੋਲ ਸਿੰਗਲ ਪਾਵਰ ਰਹਿ ਗਿਆ ਦੁਨੀਆ ਦੇ ਵਿੱਚ। ਤਾਂ USA ਕੀ ਹੋ ਗਿਆ, ਇੱਕ ਸਟਰੋਂਗੈਸਟ ਪਾਵਰ ਬਣਿਆ ਕੋਲਡ ਵਾਰ ਤੋਂ ਬਾਅਦ। The relationship between Russia and the successor to the Soviet Union with the US is the much cooperative। USSR ਦੇ ਟੁੱਟਣ ਦੇ ਨਾਲ 15 ਦੇਸ਼ਾਂ ਨੂੰ ਆਜ਼ਾਦੀ ਮਿਲੀ, ਤਾਂ ਰਸ਼ੀਆ ਵੀ ਨਿਕਲਿਆ, ਹੋਰ ਵੀ ਬਹੁਤ ਸਾਰੇ ਦੇਸ਼ ਨਿਕਲੇ, ਉਹਨਾਂ ਦੇ ਵੀ US ਨਾਲ ਸੰਬੰਧ ਹੈ ਜਿਹੜੇ ਉਹ ਵਧੀਆ ਹੋ ਗਏ ਨੇ, ਚੰਗੇ ਸੰਬੰਧ ਬਣੇ ਇਹਨਾਂ ਦੇ। ਚਾਈਨਾ ਇਹਦਾ ਫਾਸਟ ਐਮਰਜਿੰਗ ਐਜ ਏ ਗ੍ਰੇਟ ਪਾਵਰ ਐਂਡ ਇੰਡੀਆ ਆਲਸੋ ਇਜ਼ ਗਰੋਇੰਗ ਰੈਪਿਡਲੀ। ਜਿਹੜਾ ਚਾਈਨਾ ਗਾ, ਦੇਖਿਆ ਗਿਆ ਕਿ ਚਾਈਨਾ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਇਕਨੋਮੀਕਲੀ, ਇੰਡੀਆ ਵੀ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਇਕਨੋਮੀਕਲੀ। ਦ ਇਕੋਨਮੀ ਆਫ ਦਾ ਏਸ਼ੀਆ ਆਰ ਗਰੋਇੰਗ ਐਟ ਦਾ ਐਨ ਅਨਪ੍ਰੈਸੀਡੈਂਟਡ ਰੇਟ। ਏਸ਼ੀਅਨ ਕੰਟਰੀ ਦੀ ਜਿਹੜੀ GDP ਗਰੋਥ ਰੇਟ ਹੈ ਉਹ ਬਹੁਤ ਜ਼ਿਆਦਾ ਹੈਗੀ, ਜਿਵੇਂ ਕਿ ਇੰਡੀਆ ਹੋ ਗਿਆ, ਚਾਈਨਾ ਹੋ ਗਿਆ, ਜਪਾਨ ਹੋ ਗਿਆ, ਕੋਰੀਆ ਹੋ ਗਿਆ, ਸਾਊਥ ਕੋਰੀਆ ਹੋ ਗਿਆ। ਇਹਨਾਂ ਦੇਸ਼ਾਂ ਦੀ ਜਿਹੜੀ ਗਰੋਥ ਹੈਗੀ ਉਹ ਬਹੁਤ ਤੇਜ਼ੀ ਨਾਲ ਹੋ ਰਹੀ ਹੈਗੀ। ਮੈਨੀ ਨਿਊ ਕੰਟਰੀਜ਼ ਹੈਵ ਜੁਆਇਨ ਦਾ UN। ਜਦੋਂ USSR ਡਿਸਇੰਟੀਗ੍ਰੇਟ ਹੋਇਆ ਤਾਂ 15 ਦੇਸ਼ ਨਿਕਲੇ, ਉਹਨਾਂ ਨੇ UN ਨੂੰ ਜੁਆਇਨ ਕਰਿਆ। ਇਸ ਤੋਂ ਬਾਅਦ ਯੂਗੋਸਲਾਵੀਆ ਡਿਸਇੰਟੀਗ੍ਰੇਟ ਹੋਇਆ, ਉਹਦੇ ਵਿੱਚੋਂ 6 ਦੇਸ਼ ਨਿਕਲੇ, ਉਹਨਾਂ ਨੇ UN ਨੂੰ ਜੁਆਇਨ ਕੀਤਾ। ਜਿਹੜਾ ਯੂਗੋਸਲਾਵੀਆ ਉਹ ਵੀ 1992 ਤੋਂ ਲੈ ਕੇ 2008 ਤੱਕ ਡਿਸਇੰਟੀਗ੍ਰੇਟ ਹੁੰਦਾ ਹੈਗਾ, ਜੋ ਕਈ ਦੇਸ਼ ਆਜ਼ਾਦ ਹੋਏ ਹੈਗੇ। ਅੱਗੇ ਹੈ ਵੀ, ਇਹ ਹੋਲ ਨਿਊ ਸੈਟ ਆਫ ਦਾ ਚੈਲੰਜਸ ਕਨਫਰੰਟ ਦਾ ਵਰਲਡ ਲਾਈਕ ਜੈਨੋਸਾਈਡ, ਸਿਵਲ ਵਾਰ, ਟੈਰਰਿਜ਼ਮ, ਨਿਊਕਲੀਅਰ ਪ੍ਰੋਲੀਫਰੇਸ਼ਨ, ਕਲਾਈਮੇਟ ਚੇਂਜ, ਇਨਵਾਇਰਮੈਂਟ ਡੀਗ੍ਰੇਡੇਸ਼ਨ ਐਂਡ ਐਪੀਡੈਮਿਕਸ। ਹੁਣ ਦੁਨੀਆ ਦੇ ਸਾਹਮਣੇ ਕੁਝ ਹੋਰ ਸਮੱਸਿਆਵਾਂ ਖੜੀਆਂ ਹੋਈਆਂ ਨੇਗੀਆਂ, ਜਿਵੇਂ ਕਿ ਜੈਨੋਸਾਈਡ ਹੋ ਗਿਆ, ਨਸਲਕੁਸ਼ੀ ਕਹਿ ਦਿੰਦੇ ਆ ਇਹਨੂੰ, ਵੀ ਕਿਸੇ ਨਸਲ ਨੂੰ, ਕਿਸੇ ਰੇਸ ਨੂੰ ਟਾਰਗੇਟ ਕੀਤਾ ਜਾਂਦਾ, ਜਿਹਦੇ 'ਚ ਮਾਸ ਕਿਲਿੰਗ ਹੁੰਦੀ ਹੈਗੀ। ਸਿਵਲ ਵਾਰ ਹੋ ਗਿਆ, ਦੁਨੀਆ ਦੇ ਵਿੱਚ ਸਿਵਲ ਵਾਰ ਵੀ ਹੋਏ ਕਾਫੀ ਦੇਸ਼ਾਂ ਦੇ ਵਿੱਚ। ਜਿਵੇਂ ਅੱਤਵਾਦ ਇੱਕ ਬਹੁਤ ਵੱਡੀ ਸਮੱਸਿਆ ਉੱਭਰ ਕੇ ਆ ਰਹੀ ਹੈਗੀ। ਜਿਵੇਂ ਨਿਊਕਲੀਅਰ ਪ੍ਰੋਲੀਫਰੇਸ਼ਨ, ਮਤਲਬ ਕਿ NPT ਨੂੰ ਸਾਈਨ ਨਹੀਂ ਕੀਤਾ ਬਹੁਤ ਸਾਰੇ ਦੇਸ਼ਾਂ ਨੇ, ਉਹ ਨਿਊਕਲੀਅਰ ਹਥਿਆਰ ਬਣਾ ਰਹੇ ਹੈਗੇ, ਇਹ ਵੀ ਦੁਨੀਆ ਨੂੰ ਖਤਰਾ ਹੈਗਾ।
ਤਾਂ ਇਨਵਾਇਰਮੈਂਟ ਚੇਂਜ ਹੋ ਰਿਹਾ, ਕਲਾਈਮੇਟ ਚੇਂਜ ਹੋ ਰਿਹਾ, ਇਹ ਵੀ ਇੱਕ ਬਹੁਤ ਵੱਡਾ ਚੈਲੇਂਜ ਹੈਗਾ। ਇਹ ਨਵੇਂ ਸੈੱਟ ਆ ਜਿਹੜੇ ਇਹ ਆਪਣੇ ਸਾਹਮਣੇ ਆ ਰਹੇ ਆ, ਦੁਨੀਆ ਦੇ ਸਾਹਮਣੇ ਆ ਰਹੇ ਹੈਗੇ। ਇਹਨਾਂ 'ਤੇ ਵੀ ਯੂਐਨ ਨੂੰ ਧਿਆਨ ਦੇਣਾ ਪੈਣਾ ਗਾ। ਹਾਂਜੀ ਬੱਚਿਓ, ਜਿਹੜਾ ਅੱਗੇ ਹੈ ਬੱਚਿਓ, ਆਪਾਂ ਇਸ ਵੀਡੀਓ ਦੇ ਵਿੱਚ ਇੱਥੋਂ ਤੱਕ ਹੀ ਕਰ ਦਿਆਂਗੇ। ਜਿਹੜਾ ਅਗਲਾ ਪੋਰਸ਼ਨ ਹੈ ਆਪਾਂ ਇੱਕ ਹੋਰ ਵੀਡੀਓ ਬਣਾ ਕੇ ਇਹ ਸਾਰੇ ਚੈਪਟਰ ਨੂੰ ਕੰਪਲੀਟ ਕਰ ਦਿਆਂਗੇ। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਪੂਰਾ ਸਮਝ ਲੱਗਿਆ ਹੋਊਗਾ। ਅਤੇ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਅੱਗੇ ਸ਼ੇਅਰ ਵੀ ਕਰੋ, ਵੀਡੀਓ ਨੂੰ ਪੂਰਾ ਦੇਖੋ। ਜੇ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਕਮੈਂਟ ਦੇ ਵਿੱਚ ਦੱਸਿਆ ਵੀ ਕਰੋ। ਹਾਂਜੀ, ਓਕੇ ਜੀ, ਥੈਂਕ ਯੂ।